ਸਾਧਕ ਦੇ ਸਾਹਮਣੇ ਅਨੇਕਾਂ ਰਾਹ ਹਨ। ਕਿਸ ਨੂੰ ਚੁਣੇ, ਕਿਵੇਂ ਚੁਣੇ, ਕਿਸ ਆਧਾਰ 'ਤੇ ਚੁਣੇ, ਕੀ ਕਸੌਟੀ ਹੋਵੇ ਚੁਣਨ ਦੀ। ਅਨੇਕ ਰਾਹ ਹੁੰਦੇ ਤਾਂ ਵੀ ਠੀਕ ਸੀ, ਕੁਮਾਰਗ ਵੀ ਹਨ। ਕਿਵੇਂ ਬਚੀਏ ਗਲਤ ਰਾਹਾਂ ਤੋਂ, ਕਿਵੇਂ ਬਚੀਏ ਭਟਕਣ ਤੋਂ। ਸਾਧਕ ਦੇ ਜੀਵਨ ਦੀ ਸਭ ਤੋਂ ਵੱਡੀ ਸਮੱਸਿਆ ਹੈ ਠੀਕ ਨੂੰ ਕਿਵੇਂ ਚੁਣੇ, ਗਲਤ ਨੂੰ ਕਿਵੇਂ ਪਛਾਣੇ। ਗਲਤ ਪਛਾਣ ਵਿੱਚ ਆ ਜਾਵੇ ਤਾਂ ਛੱਡਣਾ ਔਖਾ ਨਹੀਂ ਹੈ। ਗਲਤ ਪਛਾਣ ਵਿੱਚ ਆਉਂਦੇ ਹੀ ਛੁੱਟਣਾ ਸ਼ੁਰੂ ਹੋ ਜਾਂਦਾ ਹੈ। ਗਲਤ ਨੂੰ ਗਲਤ ਮੰਨ ਕੇ ਕੋਈ ਤੁਰ ਹੀ ਕਿਵੇਂ ਸਕਦਾ ਹੈ। ਗਲਤ ਨੂੰ ਗਲਤ ਜਾਣ ਕੇ ਕੋਈ ਕਿਵੇਂ ਅਨੁਗਮਨ ਕਰ ਸਕਦਾ ਹੈ। ਅਸੱਤਿਆ ਵਿਖਾਈ ਦੇ ਗਿਆ ਕਿ ਅਸੱਤਿਆ ਹੈ, ਫਿਰ ਤੁਸੀਂ ਉਸ ਨੂੰ ਕਿਵੇਂ ਸੰਭਾਲੋਗੇ, ਛੁੱਟ ਹੀ ਜਾਏਗਾ। ਅਸੱਤਿਆ ਦੀ ਪਛਾਣ ਹੀ ਅਸੱਤਿਆ ਤੋਂ ਮੁਕਤੀ ਹੈ, ਪਰ ਕਿਵੇਂ ਪਛਾਣੀਏ। ਅਸੰਖ ਅਸੱਤਿਆ ਹੈ, ਬਹੁਤ ਨੇ ਸੱਤਿਆ। ਸੱਤਿਆ ਦੀ ਪਛਾਣ ਵੀ ਸੱਤਿਆ ਦੇ ਅਨੁਭਵ ਵਿੱਚ ਉਤਰਨ ਦੀ ਪਹਿਲੀ ਛਾਲ ਹੈ। ਜਿਵੇਂ ਹੀ ਪਛਾਣ ਲਿਆ ਕਿ ਸੱਤਿਆ ਹੈ, ਲੱਗ ਗਿਆ ਰੰਗ, ਲੱਗ ਗਏ ਖੰਭ, ਉੱਡਣਾ ਸ਼ੁਰੂ ਹੋ ਗਿਆ। ਪਰ ਅਸੰਖ ਸੱਤਿਆ ਹੈ, ਸਦੀਆਂ ਸਦੀਆਂ ਵਿੱਚ ਅਨੰਤ ਰਾਹ ਲੱਭ ਗਏ ਨੇ। ਹੁਣ ਤਾਂ ਜਾਲ ਵੀ ਬਹੁਤ ਜਟਿਲ ਹੋ ਗਿਆ। ਇੱਕ ਬੁਝਾਰਤ ਹੈ ਜਿਹੜੀ ਉਲਝੀ ਹੋਈ ਲੱਗਦੀ ਹੈ, ਸੁਲਝੀ ਹੋਈ ਨਹੀਂ ਲੱਗਦੀ। ਤਾਂ ਨਾਨਕ ਕਹਿੰਦੇ ਨੇ ਕੀ ਕਰੇ ਸਾਧਕ। ਇਹ ਸੂਤਰ ਉਸੇ ਸੰਬੰਧ ਵਿੱਚ ਹੈ। ਅਸੰਖ ਜਪ ਹਨ, ਅਸੰਖ ਭਾਵ ਭਗਤੀਆਂ ਹਨ, ਅਸੰਖ ਪੂਜਾਵਾਂ ਹਨ, ਅਸੰਖ ਤਪੱਸਿਆਵਾਂ ਹਨ, ਅਸੰਖ ਗ੍ਰੰਥ ਹਨ, ਅਸੰਖ ਮੁਖ ਜਿਹੜੇ ਵੇਦ ਪਾਠ ਕਰਦੇ ਨੇ, ਅਸੰਖ ਯੋਗ ਹਨ ਜਿਨ੍ਹਾਂ ਦੇ ਰਾਹੀਂ ਮਨ ਵਿਕਰਤ ਰਹਿੰਦਾ ਹੈ, ਅਸੰਖ ਭਗਤ ਹਨ ਜਿਹੜੇ ਉਸ ਦੇ ਗੁਣ ਅਤੇ ਗਿਆਨ ਦਾ ਵਿਚਾਰ ਕਰਦੇ ਹਨ, ਅਸੰਖ ਦਾਤਾ ਹੈ, ਅਸੰਖ ਸੂਰਵੀਰ ਹਨ ਜਿਹੜੇ ਪਰਮਾਤਮਾ ਦੀ ਪ੍ਰਾਪਤੀ ਲਈ ਲੋਹਾ ਲੈਂਦੇ ਨੇ, ਅਸੰਖ ਮੋਨੀ ਹਨ ਜਿਹੜੇ ਇੱਕ ਨਿਸ਼ਟ ਹੋ ਕੇ ਧਿਆਨ ਲਗਾਉਂਦੇ ਨੇ, ਇੱਕ ਲੀਨ ਹੁੰਦੇ ਨੇ। ਕੀ ਕਰੇ ਸਾਧਕ, ਕਿਵੇਂ ਚੁਣੇ, ਕੀ ਠੀਕ ਹੈ ਮੇਰੇ ਵਾਸਤੇ, ਕਿਵੇਂ ਸੋਚੇ। ਜ਼ਰੂਰ ਹੀ ਮੈਂ ਅਗਿਆਨੀ ਹਾਂ, ਇਸ ਲਈ ਤਾਂ ਭਾਲ ਵਿੱਚ ਹਾਂ। ਇਸ ਅਗਿਆਨ ਵਿੱਚ ਮੇਰੇ ਕੋਲੋਂ ਕੁਝ ਗਲਤ ਨਾ ਹੋ ਜਾਏ। ਇਸ ਅਗਿਆਨ ਵਿੱਚ ਮੇਰੇ ਕੋਲ ਕੋਈ ਕਸੌਟੀ ਤਾਂ ਨਹੀਂ ਜਿਸ ਨਾਲ ਮੈਂ ਪਰਖ ਲਵਾਂ ਕਿ ਸੋਨਾ ਕੀ ਹੈ, ਮਿੱਟੀ ਕੀ ਹੈ। ਮੇਰੀ ਕਸੌਟੀ ਦਾ ਮੁੱਲ ਵੀ ਕੀ ਹੋਏਗਾ। ਅਗਿਆਨੀ ਦੇ ਕੋਲ ਕਸੌਟੀ ਹੋਵੇ ਵੀ ਤਾਂ ਵੀ ਉਹ ਕਿਵੇਂ ਕਸੇਗਾ। ਜਿਸ ਨੇ ਕਦੇ ਸੋਨਾ ਨਾ ਵੇਖਿਆ ਹੋਵੇ, ਉਹਦੇ ਹੱਥ ਵਿੱਚ ਸੋਨੇ ਨੂੰ ਕਸਣ ਦੀ ਕੀ ਕਸੌਟੀ ਹੋਵੇਗੀ। ਤਾਂ ਵੀ ਉਹ ਕਿਵੇਂ ਪਛਾਣ ਕਰੇਗਾ। ਜਿਸ ਨੇ ਪੂਰਾ ਜੀਵਨ ਮਿੱਟੀ ਹੀ ਜਾਣੀ ਹੋਵੇ, ਉਹ ਸੋਨੇ ਨੂੰ ਵੀ ਇੱਕ ਮਿੱਟੀ ਹੀ ਸਮਝੇਗਾ। ਅਸੀਂ ਉਸ ਨੂੰ ਹੀ ਪਛਾਣ ਸਕਦੇ ਹਾਂ ਜਿਹਦਾ ਸਾਡੇ ਕੋਲ ਅਨੁਭਵ ਹੁੰਦਾ ਹੈ। ਪਰਮਾਤਮਾ ਅਸੀਂ ਜਾਣਿਆ ਨਹੀਂ, ਉਸ ਮੰਜ਼ਿਲ ਤੱਕ ਅਸੀਂ ਪੁੱਜੇ ਨਹੀਂ। ਕਿਹੜਾ ਰਾਹ ਉੱਥੇ ਤੱਕ ਲੈ ਜਾਂਦਾ ਹੋਵੇਗਾ, ਸਾਨੂੰ ਕਿਵੇਂ ਪਤਾ ਲੱਗੇਗਾ। ਇੱਕੋ ਹੀ ਰਾਹ ਵਿਖਾਈ ਦਿੰਦਾ ਹੈ, ਸਿੱਧਾ ਸਾਦਾ, ਜਿਸ ਨੂੰ ਮਨੋਵਿਗਿਆਨਿਕ ਕਹਿੰਦੇ ਨੇ ਲੱਭੋ ਭਟਕੋ ਅਨੁਭਵ ਕਰੋ। ਇਸ ਤਰ੍ਹਾਂ ਭਟਕਦੇ ਲੱਭਦੇ ਭੁੱਲ ਚੁੱਕ ਨਾਲ ਤੁਹਾਨੂੰ ਠੀਕ ਰਾਹ ਮਿਲ ਜਾਏਗਾ। ਟਰਾਇਲ ਐਂਡ ਏਰਰ। ਪਰ ਭੁੱਲਾਂ ਚੁੱਕਾਂ ਅਸੰਖ ਹਨ। ਜੇਕਰ ਟਰਾਇਲ ਐਂਡ ਐਰਰ ਇਸ ਰਾਹ ਦਾ ਅਸੀਂ ਅਨੁਸਰਨ ਕਰੀਏ ਤਾਂ ਸ਼ਾਇਦ ਅਸੀਂ ਕਦੇ ਵੀ ਨਹੀਂ ਪੁੱਜ ਸਕਦੇ। ਸਾਡਾ ਜੀਵਨ ਕਿੰਨਾ ਨਿੱਕਾ ਹੈ। ਅਸੰਖ ਰਾਹ, ਬਹੁਤ ਰਾਹ। ਇੱਕ ਰਾਹ ਨੂੰ ਵੀ ਅਸੀਂ ਪੂਰੀ ਤਰ੍ਹਾਂ ਨਹੀਂ ਜਾਣ ਸਕਦੇ। ਇੱਕ ਰਾਹ ਨੂੰ ਵੀ ਪੂਰੇ ਜੀਵਨ ਤੁਰ ਕੇ ਪੂਰਾ ਨਹੀਂ ਕੀਤਾ ਜਾ ਸਕਦਾ। ਕਿ ਕਿਵੇਂ ਅਨੁਭਵ ਇਕੱਠਾ ਕਰੀਏ। ਕੌਣ ਹੈ ਗੁਰੂ, ਕਿਵੇਂ ਸਮਝੀਏ। ਜਿਸ ਦੇ ਪਿੱਛੇ ਅਸੀਂ ਤੁਰ ਪਏ ਹਾਂ, ਉਸ ਦੇ ਪਿੱਛੇ ਤੁਰਨ ਨਾਲ ਪ੍ਰਾਪਤੀ ਹੋਣ ਵਾਲੀ ਹੈ ਜਾਂ ਨਹੀਂ, ਇਹ ਵੀ ਸਾਨੂੰ ਪਤਾ ਨਹੀਂ। ਉਲਝਣ ਹੋਰ ਵੱਧ ਜਾਂਦੀ ਹੈ ਕਿਉਂਕਿ ਇੰਨਾ ਹੀ ਸਵਾਲ ਹੁੰਦਾ ਕਿ ਸੱਤਿਆ ਦੇ ਅਨੇਕਾਂ ਰਾਹ ਹਨ, ਕਿਸ ਨੂੰ ਚੁਣੀਏ। ਤਾਂ ਕੋਈ ਔਖਿਆਈ ਨਹੀਂ ਸੀ, ਕੋਈ ਵੀ ਚੁਣ ਲਓ। ਜੇਕਰ ਸਾਰੇ ਰਾਹ ਸੱਤਿਆ ਦੇ ਹਨ ਤਾਂ ਪਹੁੰਚ ਹੀ ਜਾਓਗੇ। ਅਸੱਤਿਆ ਰਾਹ ਵੀ ਹਨ ਓਨੇ ਹੀ ਜਿੰਨੇ ਸੱਤਿਆ ਦੇ ਰਾਹ ਹਨ। ਸ਼ਾਇਦ
ਉਸ ਤੋਂ ਵੀ ਕਿਤੇ ਬਹੁਤ ਜ਼ਿਆਦਾ ਰਾਹ ਅਸੱਤਿਆ ਦੇ ਹਨ, ਕਿਉਂਕਿ ਇੱਕ ਰਾਹ ਸੱਤਿਆ ਦਾ ਹੈ, 10 ਰਾਹ ਅਸੱਤਿਆ ਦੇ ਹਨ। ਕਿਉਂਕਿ ਇੱਕ ਆਦਮੀ ਸੱਤਿਆ ਨੂੰ ਉਪਲਬਧ ਹੁੰਦਾ ਹੈ, 10 ਕਰੋੜ ਤਾਂ ਅੰਨਿਆਂ ਦੀ ਤਰ੍ਹਾਂ ਭਟਕਦੇ ਰਹਿੰਦੇ ਨੇ। ਉਹਨਾਂ ਅੰਨਿਆਂ ਨੇ ਵੀ ਰਾਹ ਬਣਾਏ ਨੇ ਆਪਣੇ ਆਪਣੇ, ਉਹਨਾਂ ਅੰਨਿਆਂ ਨੇ ਵੀ ਸ਼ਾਸਤਰ ਲਿਖੇ ਨੇ ਆਪਣੇ ਆਪਣੇ। ਆਸਾਨੀ ਸੀ ਪੁਰਾਣੇ ਦਿਨਾਂ ਵਿੱਚ, ਕਿਉਂਕਿ ਵੈਦ ਇਕੱਲਾ ਸ਼ਾਸਤਰ ਸੀ ਹਿੰਦੂਆਂ ਦੇ ਕੋਲ। ਤਦ ਨਾ ਤਾਂ ਮੁਸਲਮਾਨ ਸੀ, ਨਾ ਈਸਾਈ ਸਨ, ਨਾ ਬੋਧੀ ਸਨ। ਤਾਂ ਕੁਝ ਵੀ ਲੱਭਣਾ ਸੀ ਤਾਂ ਵੈਦ ਵਿੱਚੋਂ ਲੱਭ ਲੈਂਦੇ ਸੀ। ਇੱਕੋ ਸ਼ਾਸਤਰ ਸੀ, ਵੇਦ ਵਚਨ ਸੱਤਿਆ ਸੀ, ਸੌਖਾ ਸੀ ਸਭ ਕੁਝ। ਹੁਣ ਤਾਂ ਅਨੇਕਾਂ ਵੇਦ ਨੇ, ਅਨੇਕਾਂ ਸ਼ਾਸਤਰ ਨੇ। ਹੁਣ ਤਾਂ ਸ਼ਾਸਤਰ ਤੋਂ ਵੀ ਕੋਈ ਰਾਹ ਨਹੀਂ ਮਿਲਦਾ। ਅਜੇ ਇਹ ਸੌਖਾ ਨਹੀਂ ਕਿ ਤੁਸੀਂ ਸ਼ਾਸਤਰ ਵਿੱਚੋਂ ਲੱਭ ਲਓ। ਕਿਹੜੇ ਸ਼ਾਸਤਰ ਵਿੱਚੋਂ ਲੱਭੋਗੇ? ਜੈਨੀਆਂ ਦੇ ਆਪਣੇ ਸ਼ਾਸਤਰ ਹਨ, ਹਿੰਦੂਆਂ ਦੇ ਆਪਣੇ ਨੇ, ਮੁਸਲਮਾਨਾਂ ਦੇ ਆਪਣੇ ਨੇ। ਹਿੰਦੂਆਂ ਦਾ ਵੀ ਇੱਕ ਸ਼ਾਸਤਰ ਨਹੀਂ ਹੈ, ਉਹਨਾਂ ਕੋਲ ਵੀ ਅਨੇਕਾਂ ਸ਼ਾਸਤਰ ਨੇ। ਜੈਨੀਆਂ ਦੇ ਕੋਲ ਵੀ ਅਨੇਕਾਂ ਸ਼ਾਸਤਰ ਨੇ, ਈਸਾਈਆਂ ਦੇ ਕੋਲ ਵੀ ਅਨੇਕਾਂ ਸ਼ਾਸਤਰ ਨੇ। ਗੁਰੂ ਗ੍ਰੰਥ ਸਾਹਿਬ ਹੈ ਜਿਹੜਾ ਕਿ ਨਾਨਕ ਦੇ ਵੇਲੇ ਨਹੀਂ ਸੀ, ਇੱਕ ਵੇਦ ਹੋਰ ਜੁੜ ਗਿਆ। ਗਿਣਤੀ ਘੱਟ ਨਹੀਂ ਹੁੰਦੀ, ਵੱਧਦੀ ਜਾਂਦੀ ਹੈ। ਗਿਣਤੀ ਵਧਣ ਨਾਲ ਉਲਝਣਾਂ ਵੱਧਦੀਆਂ ਜਾਂਦੀਆਂ ਨੇ, ਫੈਸਲਾ ਕਰਨਾ ਅਸੰਭਵ ਹੁੰਦਾ ਜਾਂਦਾ ਹੈ। ਸ਼ਾਇਦ ਮਨੁੱਖਤਾ ਇਸੇ ਲਈ ਇੰਨੀ ਨਾਸਕਤਾ ਵਿੱਚ ਡਿੱਗ ਗਈ ਕਿਉਂਕਿ ਫੈਸਲਾ ਨਾਮੁਮਕਿਨ ਹੋ ਗਿਆ। ਆਸਤਿਕ ਹੋਣਾ ਕਰੀਬ ਕਰੀਬ ਨਾਮੁਮਕਿਨ ਹੋ ਗਿਆ, ਕਿਉਂਕਿ ਕਿਵੇਂ ਕੋਈ ਆਸਤਿਕ ਹੋਵੇ? ਫਿਰ ਇੰਨੇ ਸਾਰਿਆਂ ਵਿੱਚ ਵਿਵਾਦ ਹੈ, ਫਿਰ ਇਹ ਇੱਕ ਦੂਜੇ ਦਾ ਖੰਡਨ ਕਰਦੇ ਨੇ। ਜੇਕਰ ਜੈਨੀਆਂ ਤੋਂ ਪੁੱਛੋ ਤਾਂ ਉਹ ਕਹਿੰਦੇ ਨੇ ਵੇਦਾਂ ਵਿੱਚ ਕੁਝ ਨਹੀਂ, ਬੁੱਧ ਕੋਲੋਂ ਪੁੱਛੋ ਤਾਂ ਉਹ ਕਹਿੰਦੇ ਨੇ ਵੇਦ ਅਸਾਰ ਹੈ, ਵੇਦ ਕੋਲੋਂ ਪੁੱਛੋ ਤਾਂ ਵੇਦ ਕਹਿੰਦਾ ਹੈ ਮੇਰੇ ਤੋਂ ਸਿਵਾਏ ਹੋਰ ਕਿਤੇ ਕੋਈ ਸਾਰ ਨਹੀਂ, ਹੋਰ ਸਭ ਭਟਕਣ ਹੈ। ਹਿੰਦੂਆਂ ਤੋਂ ਪੁੱਛੋ ਤਾਂ ਬੌਧ ਅਤੇ ਜੈਨ ਨਾਸਤਿਕ ਹਨ, ਇਹਨਾਂ ਦੀ ਤਾਂ ਗੱਲ ਹੀ ਨਾ ਸੁਣਨਾ, ਹਿੰਦੂ ਕਹਿੰਦੇ ਨੇ ਕੰਨ ਬੰਦ ਕਰ ਲੈਣਾ। ਇਹਨਾਂ ਦੀ ਗੱਲ ਕੰਨ 'ਚ ਪੈ ਗਈ ਤਾਂ ਭਟਕ ਜਾਓਗੇ। ਹਿੰਦੂਆਂ ਤੋਂ ਪੁੱਛੋ ਤਾਂ ਉਹ ਕਹਿੰਦੇ ਨੇ ਵੇਦ ਸਭ ਤੋਂ ਪੁਰਾਣਾ ਸ਼ਾਸਤਰ ਹੈ, ਇਸ ਲਈ ਮੰਨਣ ਦੇ ਯੋਗ ਹੈ। ਮੁਸਲਮਾਨਾਂ ਤੋਂ ਪੁੱਛੋ ਤਾਂ ਉਹ ਕਹਿੰਦੇ ਨੇ ਕੁਰਾਨ ਸਭ ਤੋਂ ਨਵਾਂ ਸ਼ਾਸਤਰ ਹੈ, ਇਸ ਲਈ ਮੰਨਣ ਯੋਗ ਹੈ। ਕਿਉਂਕਿ ਪ੍ਰਮਾਤਮਾ ਜਦ ਨਵਾਂ ਸ਼ਾਸਤਰ ਭੇਜਦਾ ਹੈ ਤਾਂ ਉਸ ਨਵੇਂ ਸ਼ਾਸਤਰ ਦੇ ਨਾਲ ਹੀ ਪੁਰਾਣੇ ਸ਼ਾਸਤਰ ਰੱਦ ਹੋ ਜਾਂਦੇ ਨੇ। ਨਵੀਂ ਆਗਿਆ ਨਾਲ ਪੁਰਾਣੀਆਂ ਆਗਿਆਵਾਂ ਰੱਦ ਹੋ ਜਾਂਦੀਆਂ ਨੇ। ਹਿੰਦੂ ਕਹਿੰਦੇ ਨੇ ਵੇਦ ਇੱਕ ਵਾਰ ਪਰਮਾਤਮਾ ਨੇ ਭੇਜ ਦਿੱਤਾ, ਹੁਣ ਦੂਜੀ ਵਾਰ ਸ਼ਾਸਤਰ ਭੇਜਣ ਦੀ ਲੋੜ ਨਹੀਂ। ਪਰਮਾਤਮਾ ਕੋਈ ਸਧਾਰਨ ਮਨੁੱਖ ਤਾਂ ਨਹੀਂ ਕਿ ਭੁੱਲ ਕਰੇਗਾ ਫਿਰ ਸੁਧਾਰ ਕਰੇਗਾ। ਪਰਮਾਤਮਾ ਤਾਂ ਪਰਮ ਗਿਆਨ ਹੈ, ਤਾਂ ਵੇਦ ਇੱਕ ਵਾਰ ਹੋ ਗਿਆ, ਹੋਰ ਕਿਸੇ ਦੀ ਜ਼ਰੂਰਤ ਨਹੀਂ। ਇਸ ਤੋਂ ਪਿੱਛੋਂ ਜਿਹੜੇ ਸ਼ਾਸਤਰ ਹੋਏ ਸਭ ਝੂਠ ਹਨ। ਪਰਮਾਤਮਾ ਨੇ ਤਾਂ ਇੱਕ ਆਗਿਆ ਭੇਜ ਦਿੱਤੀ, ਉਸ ਤੋਂ ਪਿੱਛੋਂ ਸਾਰੀਆਂ ਆਗਿਆਵਾਂ ਆਦਮੀ ਦੀਆਂ ਤਰਕੀਬਾਂ ਹਨ। ਪਰ ਈਸਾਈ ਅਤੇ ਮੁਸਲਮਾਨ ਕਹਿੰਦੇ ਨੇ ਜਗਤ ਵਿੱਚ ਵਿਕਾਸ ਹੈ, ਪਰਮਾਤਮਾ ਬਦਲਦਾ ਕਿਉਂਕਿ ਆਦਮੀ ਬਦਲ ਰਿਹਾ, ਆਗਿਆਵਾਂ ਬਦਲ ਰਹੀਆਂ ਨੇ, ਹਾਲਾਤ ਬਦਲ ਰਹੇ ਨੇ, ਇਸ ਲਈ ਨਵੀਨਤਮ ਦਾ ਭਰੋਸਾ ਕਰਨਾ। ਪੁਰਾਣਾ ਤਾਂ ਟੁੱਟਾ ਫੁੱਟਾ ਖਸਤਾ ਹੋ ਗਿਆ, ਫਾਲਤੂ ਹੋ ਗਿਆ, ਕਿਸ ਦੀ ਸੁਣੋਗੇ, ਕਿਸ ਦੀ ਮੰਨੋਗੇ? ਤਦ ਅਖੀਰ ਵਿੱਚ ਤੁਹਾਡੀ ਆਪਣੀ ਹੀ ਬੁੱਧੀ ਰਹਿ ਜਾਂਦੀ ਹੈ। ਇਸ ਵਿਰਾਟ ਉਲਝਾਓ ਦੇ ਜਾਲ ਵਿੱਚ ਤੁਸੀਂ ਆਪਣੇ ਉੱਤੇ ਹੀ ਭਰੋਸਾ ਕਰੋਗੇ, ਆਪਣੇ ਉੱਤੇ ਹੀ ਖੜੇ ਰਹਿ ਜਾਂਦੇ ਹੋ, ਡਿਗਮਗਾਉਣ ਲੱਗਦੇ ਹੋ। ਆਦਮੀ ਨਾਸਤਿਕ ਹੈ ਕਿਉਂਕਿ ਆਸਤਿਕ ਹੋਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਕੋਈ ਨਾ ਕੋਈ ਵਿਧੀ ਲੱਭਣੀ ਜ਼ਰੂਰੀ ਹੈ ਜਿਸ ਨਾਲ ਸਿੱਧਾ ਸਾਦਾ ਆਦਮੀ ਆਸਤਿਕ ਹੋ ਸਕੇ। ਇਹ ਤਾਂ ਵੱਡੇ ਦਾਰਸ਼ਨਿਕ ਵੀ ਫੈਸਲਾ ਨਹੀਂ ਕਰ ਸਕਦੇ ਕਿ ਕੀ ਠੀਕ ਹੈ ਕੀ ਗਲਤ ਹੈ, ਕਿਹੜੇ ਰਾਹ ਉੱਤੇ ਤੁਰੀਏ ਕਿਹੜੇ ਉੱਤੇ ਨਾ ਤੁਰੀਏ, ਕਿਹੜੀ ਵਿਧੀ ਪਹੁੰਚਾਏਗੀ ਕਿਹੜੀ ਨਹੀਂ ਪਹੁੰਚਾਏਗੀ। ਫਿਰ ਸਿੱਧਾ ਸਾਦਾ ਮਨੁੱਖ ਕੀ ਕਰੇ ਜਿਸ ਦੇ ਕੋਲ ਕੋਈ ਸਹੂਲਤ ਨਹੀਂ ਹੈ, ਨਾ ਸਮਾਂ ਹੈ, ਨਾ ਤਰਕ ਦੇ ਜਾਲ ਵਿੱਚੋਂ ਫਸ ਸਕਦਾ ਹੈ? ਉਹ ਕਿਵੇਂ ਚੁਣੇ? ਤਾਂ ਨਾਨਕ ਦਾ ਸੁਝਾਅ ਬਹੁਤ ਕੀਮਤੀ ਹੈ। ਨਾਨਕ ਕਹਿੰਦੇ ਨੇ ਇਸ ਅਸੰਖ ਵਿੱਚ ਭਟਕਣ ਨਾਲ ਤਾਂ ਕੁਝ ਸਾਰ ਨਹੀਂ ਮਿਲੇਗਾ। ਮੈਂ ਤਾਂ ਇੱਕੋ ਹੀ ਸੂਤਰ ਜਾਣਦਾ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵੇ ਏਕ ਵਾਰ, ਜੋ ਤੁਧ ਭਾਵੈ ਸਾਈਂ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਤੈਨੂੰ ਭਾਵੇ ਉਹੀ ਸਹੀ ਹੈ,
इस लई मैं अपने आप नूं तेरी मर्जी उत्ते छड्डदा। मैं आप तां चुन नहीं सकदा, मैं अगियानी हनेर विच खलोता अन्ना। मेरे कोल कोई सूत्र नहीं है जिहदे आधार उत्ते मैं तेरी भाल कर लवां, कोई कसौटी नहीं जिहदे उत्ते परख कर लवां। हुण मैं की करां? समर्पण कर देना मेरी मर्जी है। इस दा की अर्थ हुंदा है? तेरी मर्जी दा इस दा अर्थ हुंदा है जिस तरह तू बिठाए मैं बैठा, जिस तरह तू उठाए, जो तू कराए मैं उही करां। अपने आप नूं विचकार ना लियावां, जेकर तू भटकाए तां भटकां, जे तू पहुँचाए तां पुज जावां। मैं ये भी औकड़ विचाले ना खड़ी करां, इस दे नाल तां मैं भटक जावांगा। मैं अपने सारे फैसले हटा दिते ने। कृष्ण यही अर्जुन नूं गीता विच कहंदे ने, सर्व धर्मान प्रतिजेय है मामेकम श्रमण व्रज। तू सब धर्मां नूं छड्ड के मेरी शरण विच आ जा। वो परमात्मा वल्लों कहा गया वचन है, वो भगत वल्लों कहा गया वचन है। जो नानक कह रहे ने, जो तू भावै उही भला है, जो तैनू भावे उही राह है, जो तेरी चाह है उही सच है। मेरी कोई अपनी कसौटी नहीं है। तू भटकावें तां मैं समझांगा यही राह है, तू हनेरे विच लै जावें तां समझांगा यही रोशनी है। तू दिन नूं रात कहें तां मैं रात ही कहांगा। ये बहुत औखा है क्योंकि तुसीं विच विच आउंदे ही रहोगे। तुहाडे मन विच ये विचार आउंदे रहणगे कि मैं कर रिहा। तुहाडे मन विच कुछ ना कुछ ख्याल आउंदे रहणगे। तुहाडा मन विच विच कहेगा कि ये की हो रिहा, किते परमात्मा कोई भुल तां नहीं कर रिहा, किते ਉਹਦੇ ते छड्ड के मैं भुल तां नहीं कर रिहा। ਤਾਂ जद तक तुहाडे मन नूं भाएगा तद तक तुसीं परमात्मा दे नाल रहोगे, पर जद तुहाडे मन नूं नहीं भाएगा तां औकड़ आएगी। तद कसौटी है, साधना है। जिवें तुहाडे उत्ते फुੱਲਾਂ ਦੀ ਵਰਖਾ हो रही होवे ਤਾਂ ਤੁਸੀਂ ਵੀ ਨਾਨਕ ਦੇ ਨਾਲ ਕਹਿ ਸਕੋਗੇ, ਜੋ ਤੁਧ ਭਾਵੈ ਸਾਈਂ ਭਲੀ ਕਾਰ। तेरी मर्जी ਉਹੀ मेरी मर्जी, जो तैनू भावे ਉਹੀ भला। फुੱਲਾਂ ਦੀ ਵਰਖਾ ਹੋਵੇ ਤਾਂ ਤੁਸੀਂ ਵੀ ਕਹਿ ਸਕੋਗੇ। ਤੁਹਾਡੇ ਘਰ ਸੁੱਖ ਆਵੇ, ਤੁਹਾਡੇ ਘਰ ਵਿੱਚ ਸਵਰਗ ਆਵੇ ਤਾਂ ਤੁਸੀਂ ਵੀ ਨਾਨਕ ਦੇ ਨਾਲ ਰਾਜੀ ਹੋ ਜਾਓਗੇ। ਪਰ ਜਦ ਨਾਨਕ ਤੁਹਾਡਾ ਬੂਹਾ ਖੜਖੜਾਏ ਤੇ ਨਰਕ ਤੁਹਾਡੇ ਦੀਵਾਰ ਤੇ ਹੋਵੇ, ਕੰਡੇ ਤੁਹਾਡੇ ਉੱਪਰ ਡਿੱਗਣ, ਨਿੰਦਾ ਤੁਹਾਡੇ ਚਾਰੇ ਪਾਸੇ ਹੋਵੇ, ਬੇਇੱਜ਼ਤੀ ਅਸਫਲਤਾ ਤੋਂ ਸਿਵਾਏ ਤੁਹਾਡੇ ਕੋਲ ਕੁਝ ਨਾ ਹੋਵੇ, ਤਦ ਕੀ ਸਾਧਨਾ ਹੈ? ਦੁੱਖ ਵਿੱਚ, ਤਕਲੀਫ ਵਿੱਚ ਤੁਹਾਡੇ ਹਿਰਦੇ ਦਾ ਜੇਕਰ ਇਹ ਭਾਵ ਬਣਿਆ ਰਹੇ, ਜੋ ਤੈਨੂੰ ਭਾਵੇ ਉਸ ਲਈ ਮੈਂ ਰਾਜ਼ੀ ਹਾਂ, ਤਦ ਸਾਧਨਾ ਹੈ। ਇਹ ਭਾਵ ਜ਼ਬਰਦਸਤੀ ਥੋਪਿਆ ਗਿਆ ਤਾਂ ਸੰਤੋਖ ਨਹੀਂ ਆਏਗਾ। ਇਸ ਫਰਕ ਨੂੰ ਖਿਆਲ ਵਿੱਚ ਰੱਖ ਲੈਣਾ, ਕਿਉਂਕਿ ਅਸੀਂ ਲਾਲਚੀ ਹਾਲਤ ਵਿੱਚ ਵੀ ਜ਼ਬਰਦਸਤੀ ਦਾ ਸੰਤੋਖ ਥੋਪ ਸਕਦੇ ਹਾਂ। ਦੁੱਖ ਹੈ, ਕੁਝ ਕਰਨ ਦਾ ਰਸਤਾ ਵੀ ਨਹੀਂ ਹੈ, ਅਸੀਂ ਕਹਿੰਦੇ ਹਾਂ ਜੋ ਤੇਰੀ ਮਰਜ਼ੀ, ਪਰ ਜੋ ਤੇਰੀ ਮਰਜ਼ੀ ਦੇ ਪਿੱਛੇ ਸ਼ਿਕਾਇਤ ਹੈ। ਅਸੀਂ ਕਹਿੰਦੇ ਹਾਂ ਕਿ ਠੀਕ ਹੈ, ਚਲੋ ਇਹੀ ਠੀਕ ਹੈ, ਪਰ ਅੰਦਰ ਅਸੀਂ ਜਾਣਦੇ ਹਾਂ ਕਿ ਹੋਣਾ ਕੁਝ ਹੋਰ ਚਾਹੀਦਾ ਸੀ, ਜੋ ਹੋਣਾ ਸੀ ਉਹ ਹੋਇਆ ਨਹੀਂ। ਅਸੀਂ ਕੁਝ ਕਰ ਹੋਰ ਰਹੇ ਹਾਂ, ਲਾਚਾਰ ਹਾਂ, ਨਪੁੰਸਕ ਹਾਂ, ਸ਼ਕਤੀਹੀਨ ਹਾਂ, ਤਾਂ ਠੀਕ ਹੈ, ਇਹ ਕਹਿੰਦੇ ਹਾਂ ਕਿ ਠੀਕ ਜੋ ਤੇਰੀ ਮਰਜ਼ੀ। ਤੁਸੀਂ ਨਾਨਕ ਦਾ ਇਹ ਵਚਨ ਲਾਚਾਰ ਅਵਸਥਾ ਵਿੱਚ ਕਿਹਾ ਤਾਂ ਤੁਸੀਂ ਅਰਥ ਨਹੀਂ ਸਮਝੀ। ਉਹ ਕਿਸੇ ਲਾਚਾਰ ਹਾਲਤ ਵਿੱਚ ਕਿਹਾ ਗਿਆ ਵਚਨ ਨਹੀਂ ਹੈ, ਉਹ ਤਾਂ ਸੱਤਿਆ ਦਾ ਸਾਖਸ਼ਾਤ ਹੈ। ਇਹ ਤੁਹਾਡੀ ਸਮਝ ਤੋਂ ਆਉਣਾ ਚਾਹੀਦਾ ਹੈ, ਤੁਹਾਡੇ ਅੰਦਰੋਂ ਆਉਣਾ ਚਾਹੀਦਾ ਹੈ। ਇਹ ਤੁਹਾਡੀ ਆਪਣੇ ਆਪ ਨੂੰ ਸਮਝਾ ਲੈਣ ਦੀ, ਆਪਣੇ ਆਪ ਉੱਤੇ ਦਇਆ ਕਰਨ ਦੀ ਬਿਰਤੀ ਨਹੀਂ ਕਿ ਹੁਣ ਕੀ ਕਰੀਏ। ਜਦ ਆਦਮੀ ਕੁਝ ਵੀ ਨਹੀਂ ਕਰ ਸਕਦਾ ਤਦ ਸੋਚਦਾ ਹੈ ਜੋ ਉਹਦੀ ਮਰਜ਼ੀ, ਪਰ ਤਦ ਹੀ ਜਦ ਕੁਝ ਵੀ ਨਹੀਂ ਕਰ ਸਕਦਾ ਪਹਿਲਾਂ ਤਾਂ ਆਪਣੇ ਕਰਤਾ ਦੇ ਭਾਵ ਨੂੰ ਪੂਰੀ ਤਰ੍ਹਾਂ ਵਰਤੋਂ ਕਰ ਲੈਂਦਾ ਹੈ, ਪਰ ਜਦ ਸਾਰੇ ਪਾਸਿਆਂ ਤੋਂ ਹਾਰ ਜਾਂਦਾ ਹੈ ਤਦ ਉਸ ਉੱਤੇ ਛੱਡ ਦਿੰਦਾ ਹੈ। ਇਹ ਛੱਡਣਾ ਨਹੀਂ ਹੋਇਆ, ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਹੀ ਨਹੀਂ ਕਰਨੀ, ਕੋਈ ਕੋਸ਼ਿਸ਼ ਨਹੀਂ ਕਰਨੀ।
ਤੁਸੀਂ ਪਹਿਲੇ ਕਦਮ ਉੱਤੇ ਹੀ ਉਹਦੇ ਉੱਤੇ ਛੱਡ ਦੇਣਾ। ਨਾਨਕ ਦੀ ਧਾਰਨਾ ਪਰਮ ਸਮਰਪਣ ਦੀ ਹੈ, ਸਭ ਕੁਝ ਉਹਦੇ ਉੱਤੇ ਛੱਡ ਦੇਣ ਦੀ ਹੈ। ਉਹੀ ਭਗਤ ਦੀ ਪਰਮ ਸਾਧਨਾ ਹੈ। ਤਾਂ ਤੁਹਾਨੂੰ ਨਾ ਰਾਹ ਚੁਣਨਾ ਪੈਣਾ ਹੈ, ਨਾ ਵਿਧੀ ਲੱਭਣੀ ਪੈਣੀ ਹੈ, ਨਾ ਤੁਹਾਨੂੰ ਸ਼ਾਸਤਰਾਂ ਦੀ ਚਿੰਤਾ ਕਰਨੀ ਪੈਣੀ ਹੈ, ਨਾ ਤਰਕ, ਨਾ ਪ੍ਰਮਾਣ, ਨਾ ਦਰਸ਼ਨ। ਇਹਨਾਂ ਸਾਰਿਆਂ ਦੀ ਤੁਹਾਡੇ ਲਈ ਕੋਈ ਵਰਤੋਂ ਨਹੀਂ ਰਹੇਗੀ। ਭਗਤ ਇਹਨਾਂ ਤੋਂ ਇੱਕੋ ਹੀ ਝਟਕੇ ਵਿੱਚ ਛੁੱਟ ਜਾਂਦਾ। ਉਹ ਝਟਕਾ ਹੈ ਸਮਰਪਣ ਦਾ। ਉਹ ਇੱਕੋ ਹੀ ਵਾਰ ਸਭ ਕੁਝ ਛੱਡ ਦਿੰਦਾ। ਉਹ ਕਹਿੰਦਾ ਹੈ ਜੋ ਤੇਰੀ ਮਰਜ਼ੀ, ਜੋ ਤੈਨੂੰ ਭਾਵੇ ਉਹੀ ਸਭ ਕੁਝ ਮੈਨੂੰ ਪਾ ਰਿਹਾ। ਜੇਕਰ ਤੁਸੀਂ ਇਸ ਨੂੰ ਥੋੜ੍ਹਾ ਜਿਹਾ ਪ੍ਰਯੋਗ ਕਰੋਗੇ ਤਾਂ ਹੀ ਖਿਆਲ ਵਿੱਚ ਆ ਸਕੇਗਾ, ਕਿਉਂਕਿ ਨਾਨਕ ਕੋਈ ਦਾਰਸ਼ਨਿਕ ਨਹੀਂ ਹੈ, ਉਹ ਕੋਈ ਸ਼ਾਸਤਰ ਨਹੀਂ ਹੈ, ਉਹਨਾਂ ਦਾ ਰਚਿਆ ਕੋਈ ਸ਼ਾਸਤਰ ਨਹੀਂ ਹੈ। ਉਹ ਤਾਂ ਆਪਣੇ ਅੰਤਰ ਭਾਵ ਨਾਲ ਕਹਿ ਰਹੇ ਨੇ। ਜਿਹੋ ਜਿਹਾ ਉਹਨਾਂ ਨੇ ਅਨੁਭਵ ਕੀਤਾ ਉਹੋ ਜਿਹਾ ਹੀ ਕਿਹਾ। ਅੜਚਨ ਤੁਹਾਨੂੰ ਹਰ ਘੜੀ ਲੱਗੇਗੀ, ਕਿਉਂਕਿ ਅੜਚਨ ਤੁਹਾਡੇ ਹੰਕਾਰ ਤੋਂ ਆਏਗੀ। ਹੰਕਾਰ ਦਾ ਸਾਰ ਸੂਤਰ ਹੈ ਕਿ ਮੈਂ ਸਮਝਦਾ ਕੀ ਠੀਕ ਹੈ, ਕੀ ਨਹੀਂ ਠੀਕ ਹੈ, ਕੀ ਹੋਣਾ ਚਾਹੀਦਾ, ਕੀ ਨਹੀਂ ਹੋਣਾ ਚਾਹੀਦਾ। ਟੋਲਸਟਾਏ ਨੇ ਇੱਕ ਨਿੱਕੀ ਜਿਹੀ ਕਹਾਣੀ ਲਿਖੀ ਹੈ। ਮੌਤ ਦੇ ਦੇਵਤੇ ਨੇ ਆਪਣਾ ਇੱਕ ਦੂਤ ਭੇਜਿਆ। ਧਰਤੀ ਉੱਤੇ ਇੱਕ ਇਸਤਰੀ ਮਰ ਗਈ ਸੀ, ਉਹਦੀ ਆਤਮਾ ਨੂੰ ਲਿਆਉਣਾ ਸੀ। ਦੇਵਦੂਤ ਆਏ ਪਰ ਚਿੰਤਾ ਵਿੱਚ ਪੈ ਗਏ, ਕਿਉਂਕਿ 3 ਨਿੱਕੀਆਂ ਨਿੱਕੀਆਂ ਜੁੜਵਾ ਬੱਚੀਆਂ ਇੱਕ ਅਜਿਹੀ ਹਾਲਤ ਵਿੱਚ ਸੀ, ਇੱਕ ਜੋ ਅਜੇ ਵੀ ਮਰੀ ਹੋਈ ਮਾਂ ਦੇ ਥਣ ਨੂੰ ਲੱਗੀਆਂ ਹੋਈਆਂ ਸੀ। ਇੱਕ ਚੀਖ ਰਹੀ ਸੀ, ਪੁਕਾਰ ਰਹੀ ਸੀ, ਇੱਕ ਰੋਂਦੀ ਰੋਂਦੀ ਸੌ ਗਈ ਸੀ। ਉਹਦੇ ਅੱਥਰੂ ਉਸ ਦੀਆਂ ਅੱਖਾਂ ਦੇ ਕੋਲ ਸੁੱਕ ਗਏ ਸੀ। 3 ਨਿੱਕੀਆਂ ਨਿੱਕੀਆਂ ਜੁੜਵਾਂ ਬੱਚੀਆਂ। ਇਸਤਰੀ ਮਰ ਗਈ। ਹੋਰ ਕੋਈ ਵੇਖਣ ਵਾਲਾ ਵੀ ਨਹੀਂ ਸੀ। ਪਤੀ ਪਹਿਲਾਂ ਹੀ ਮਰ ਚੁੱਕਿਆ ਸੀ। ਪਰਿਵਾਰ ਵਿੱਚ ਹੋਰ ਕੋਈ ਵੀ ਨਹੀਂ ਸੀ। ਇਹਨਾਂ 3 ਬੱਚੀਆਂ ਦਾ ਕੀ ਹੋਏਗਾ? ਉਸ ਦੇਵਦੂਤ ਨੂੰ ਇਹ ਖਿਆਲ ਆ ਗਿਆ ਕਿ ਇਹਨਾਂ 3 ਬੱਚੀਆਂ ਦਾ ਕੀ ਹੋਏਗਾ। ਤਾਂ ਉਹ ਖਾਲੀ ਹੱਥ ਪਰਤ ਗਿਆ। ਉਸ ਨੇ ਆਪਣੇ ਪ੍ਰਧਾਨ ਨੂੰ ਜਾ ਕੇ ਕਿਹਾ, ਮੈਂ ਤਾਂ ਨਹੀਂ ਲਿਆ ਸਕਿਆ, ਮੈਨੂੰ ਮਾਫ਼ ਕਰੋ। ਪਰ ਤੁਹਾਨੂੰ ਹਾਲਤ ਦਾ ਪਤਾ ਨਹੀਂ। 3 ਜੁੜਵਾ ਬੱਚੀਆਂ ਹਨ, ਨਿੱਕੀਆਂ ਨਿੱਕੀਆਂ ਦੁੱਧ ਪੀਂਦੀਆਂ ਹਨ। ਇੱਕ ਅਜੇ ਵੀ ਮੁਰਦਾ ਥਣ ਨਾਲ ਲੱਗੀ ਹੋਈ ਹੈ, ਇੱਕ ਰੋਂਦੀ ਰੋਂਦੀ ਸੌਂ ਗਈ ਹੈ, ਦੂਜੀ ਅਜੇ ਚੀਖ ਰਹੀ ਹੈ। ਮੇਰਾ ਹਿਰਦਾ ਲਿਆ ਨਹੀਂ ਸਕਿਆ। ਕੀ ਇਹ ਨਹੀਂ ਹੋ ਸਕਦਾ ਇਸ ਇਸਤਰੀ ਨੂੰ ਜੀਵਨ ਦੇ ਕੁਝ ਦਿਨ ਹੋਰ ਦੇ ਦਿੱਤੇ ਜਾਣ? ਘੱਟੋ ਘੱਟ ਬੱਚੀਆਂ ਤਾਂ ਥੋੜ੍ਹੀਆਂ ਵੱਡੀਆਂ ਹੋ ਜਾਣ, ਕੋਈ ਹੋਰ ਵੇਖਣ ਵਾਲਾ ਵੀ ਨਹੀਂ ਹੈ। ਮੌਤ ਦੇ ਦੇਵਤੇ ਨੇ ਕਿਹਾ, ਤਾਂ ਤੂੰ ਸਮਝਦਾਰ ਹੋ ਗਿਆ ਉਸ ਤੋਂ ਜ਼ਿਆਦਾ, ਜਿਸ ਦੀ ਮਰਜ਼ੀ ਨਾਲ ਮੌਤ ਹੁੰਦੀ ਹੈ, ਜਿਸ ਦੀ ਮਰਜ਼ੀ ਨਾਲ ਜੀਵਨ ਹੁੰਦਾ ਹੈ। ਤਾਂ ਤੂੰ ਪਹਿਲਾ ਪਾਪ ਕਰ ਦਿੱਤਾ, ਇਸ ਦੀ ਤੈਨੂੰ ਸਜ਼ਾ ਮਿਲੇਗੀ। ਸਜ਼ਾ ਇਹ ਹੈ ਕਿ ਤੈਨੂੰ ਧਰਤੀ 'ਤੇ ਜਾਣਾ ਪਵੇਗਾ। ਜਦ ਤੱਕ ਤੂੰ 3 ਵਾਰ ਨਾ ਹੱਸ ਲਵੇਂਗਾ ਆਪਣੀ ਮੂਰਖਤਾ ਉੱਤੇ, ਤਦ ਤੱਕ ਪਰਤ ਕੇ ਨਹੀਂ ਆ ਸਕੇਗਾ। ਇਸ ਨੂੰ ਥੋੜ੍ਹਾ ਸਮਝਣਾ। 3 ਵਾਰ ਨਾ ਹੱਸ ਲਵੇਂਗਾ ਆਪਣੀ ਮੂਰਖਤਾ ਉੱਤੇ, ਕਿਉਂਕਿ ਦੂਜੇ ਦੀ ਮੂਰਖਤਾ 'ਤੇ ਤਾਂ ਹੰਕਾਰ ਹੱਸਦਾ ਹੈ। ਜਦ ਤੁਸੀਂ ਆਪਣੀ ਮੂਰਖਤਾ 'ਤੇ ਹੱਸਦੇ ਹੋ ਤਾਂ ਹੰਕਾਰ ਟੁੱਟਦਾ ਹੈ। ਦੇਵਦੂਤ ਨੂੰ ਲੱਗਾ ਨਹੀਂ ਕਿ ਉਹ ਦੰਡ ਭੋਗਣ ਨੂੰ ਤਿਆਰ ਹੋ ਗਿਆ, ਪਰ ਫਿਰ ਵੀ ਉਹਨੂੰ ਲੱਗਿਆ ਕਿ ਸਹੀ ਤਾਂ ਮੈਂ ਹਾਂ, ਹੱਸਣ ਦਾ ਮੌਕਾ ਕਿਵੇਂ ਆਏਗਾ। ਉਸ ਨੂੰ ਧਰਤੀ 'ਤੇ ਸੁੱਟ ਦਿੱਤਾ ਗਿਆ। ਇੱਕ ਚਮਿਆਰ ਕੁਝ ਰੁਪਏ ਇਕੱਠੇ ਕਰਕੇ ਆਪਣੇ ਬੱਚਿਆਂ ਲਈ ਕੋਟ ਅਤੇ ਕੰਬਲ ਖਰੀਦਣ ਸ਼ਹਿਰ ਗਿਆ ਸੀ, ਕਿਉਂਕਿ ਠੰਡ ਦੇ ਦਿਨ ਸੀਗੇ। ਜਦੋਂ ਉਹ ਸ਼ਹਿਰ ਜਾ ਰਿਹਾ ਸੀ ਤਾਂ ਉਸਨੇ ਨੰਗੇ ਆਦਮੀ ਨੂੰ ਰਾਹ ਦੇ ਕੰਢੇ ਉੱਤੇ ਕੰਬਦੇ ਹੋਏ ਵੇਖਿਆ। ਉਹ ਨੰਗਾ ਆਦਮੀ ਉਹੀ ਸੀ ਜੋ ਦੇਵਦੂਤ ਸੀ, ਜਿਸ ਨੂੰ ਧਰਤੀ 'ਤੇ ਸੁੱਟ ਦਿੱਤਾ ਗਿਆ ਸੀ। ਉਸ ਚਮਿਆਰ ਨੂੰ ਦਇਆ ਆ ਗਈ। ਉਸ ਨੇ ਬਜਾਏ ਆਪਣੇ ਬੱਚਿਆਂ ਲਈ ਕੱਪੜੇ ਖਰੀਦਣ ਦੇ ਇਸ ਆਦਮੀ ਨੂੰ ਕੰਬਲ ਅਤੇ ਕੱਪੜੇ ਖਰੀਦ ਕੇ ਦੇ ਦਿੱਤੇ। ਇਸ ਆਦਮੀ ਕੋਲ ਖਾਣ ਪੀਣ ਨੂੰ ਵੀ ਕੁਝ ਨਹੀਂ ਸੀਗਾ, ਘਰ ਵੀ ਨਹੀਂ ਸੀ, ਛੱਪੜ ਵੀ ਨਹੀਂ ਸੀ ਜਿੱਥੇ ਰਹਿ ਸਕੇ। ਤਾਂ ਚਮਿਆਰ ਨੇ ਕਿਹਾ, ਤੂੰ ਮੇਰੇ ਨਾਲ ਚੱਲ, ਪਰ ਜੇਕਰ ਮੇਰੀ ਪਤਨੀ ਨਾਰਾਜ਼ ਹੋਵੇ, ਜੋ ਕਿ ਜ਼ਰੂਰ ਹੋਏਗੀ, ਕਿਉਂਕਿ ਬੱਚਿਆਂ ਲਈ ਕੱਪੜੇ ਖਰੀਦਣ ਮੈਂ ਗਿਆ ਸੀ, ਉਹਨਾਂ ਲਈ ਪੈਸੇ ਲਿਆਇਆ ਸੀ, ਉਹ ਤਾਂ ਖਰਚ ਹੋ ਗਏ ਨੇ। ਉਹ ਜੇਕਰ ਨਾਰਾਜ਼ ਹੋਵੇ, ਚੀਕੇ ਜਾਂ ਰੌਲਾ ਪਾਵੇ, ਤੂੰ ਪਰੇਸ਼ਾਨ ਨਾ ਹੋਈ, ਥੋੜ੍ਹੇ ਦਿਨਾਂ 'ਚ ਸਭ ਠੀਕ ਹੋ ਜਾਵੇਗਾ। ਇਸ ਦੇਵਦੂਤ ਨੂੰ ਲੈ ਕੇ ਚਮਿਆਰ ਘਰ ਆਇਆ।
ਨਾ ਤਾਂ ਚਮਿਆਰ ਨੂੰ ਪਤਾ ਸੀ ਕਿ ਦੇਵਦੂਤ ਘਰ 'ਚ ਆਇਆ, ਨਾ ਪਤਨੀ ਨੂੰ ਪਤਾ ਸੀ। ਜਿਵੇਂ ਹੀ ਦੇਵਦੂਤ ਨੂੰ ਲੈ ਕੇ ਚਮਿਆਰ ਘਰ ਪੁੱਜਿਆ, ਪਤਨੀ ਇੱਕਦਮ ਪਾਗਲ ਹੋ ਗਈ, ਬਹੁਤ ਨਾਰਾਜ਼ ਹੋਈ, ਬਹੁਤ ਚੀਖੀ ਚਲਾਈ। ਦੇਵਦੂਤ ਪਹਿਲੀ ਵਾਰ ਹੱਸਿਆ। ਚਮਿਆਰ ਨੇ ਉਸ ਨੂੰ ਕਿਹਾ, ਹੱਸਦੇ ਹੋ, ਕੀ ਗੱਲ ਹੋ ਗਈ? ਉਸ ਨੇ ਕਿਹਾ, ਮੈਂ ਜਦ 3 ਵਾਰ ਹੱਸ ਲਵਾਂਗਾ ਫਿਰ ਦੱਸ ਦਿਆਂਗਾ। ਦੇਵਦੂਤ ਹੱਸਿਆ ਪਹਿਲੀ ਵਾਰ, ਕਿਉਂਕਿ ਉਸ ਨੇ ਵੇਖਿਆ ਕਿ ਇਸ ਪਤਨੀ ਨੂੰ ਨਹੀਂ ਪਤਾ ਕਿ ਚਮਿਆਰ ਦੇਵਦੂਤ ਨੂੰ ਘਰ ਲੈ ਆਇਆ, ਜਿਸ ਦੇ ਆਉਂਦੇ ਹੀ ਘਰ ਵਿੱਚ ਹਜ਼ਾਰਾਂ ਖੁਸ਼ੀਆਂ ਆ ਜਾਣਗੀਆਂ। ਪਰ ਆਦਮੀ ਵੇਖ ਹੀ ਕਿੰਨੀ ਦੂਰ ਤੱਕ ਸਕਦਾ ਹੈ। ਪਤਨੀ ਤਾਂ ਇੰਨਾ ਹੀ ਵੇਖ ਰਹੀ ਹੈ ਕਿ ਇੱਕ ਕੰਬਲ, ਬੱਚਿਆਂ ਦੇ ਕੱਪੜੇ ਨਹੀਂ ਬਚੇ ਜਿਹੜੇ ਗਵਾਚ ਗਏ ਨੇ, ਉਹ ਵੇਖ ਰਹੀ ਹੈ। ਜੋ ਮਿਲਿਆ ਹੈ ਉਸ ਦਾ ਉਸ ਨੂੰ ਅੰਦਾਜ਼ਾ ਨਹੀਂ ਹੈ, ਮੁਫਤ ਵਿੱਚ ਮਿਲਿਆ ਜੋ। ਘਰ ਵਿੱਚ ਦੇਵਦੂਤ ਆ ਗਿਆ, ਜਿਸ ਦੇ ਆਉਣ ਨਾਲ ਹਜ਼ਾਰਾਂ ਖੁਸ਼ੀਆਂ ਬੂਹੇ 'ਤੇ ਆ ਜਾਣਗੀਆਂ। ਤਾਂ ਦੇਵਦੂਤ ਹੱਸਿਆ। ਉਸ ਨੂੰ ਪਤਾ ਲੱਗਿਆ ਆਪਣੀ ਮੂਰਖਤਾ ਬਾਰੇ, ਕਿਉਂਕਿ ਪਤਨੀ ਵੀ ਨਹੀਂ ਵੇਖ ਪਾ ਰਹੀ ਕਿ ਕੀ ਵਾਪਰ ਰਿਹਾ। ਛੇਤੀ, ਕਿਉਂਕਿ ਉਹ ਦੇਵਦੂਤ ਸੀ, ਉਸ ਨੇ 7 ਦਿਨਾਂ ਵਿੱਚ ਹੀ ਚਮਿਆਰ ਦਾ ਕੰਮ ਸੰਭਾਲ ਲਿਆ ਅਤੇ ਸਭ ਕੁਝ ਸਿੱਖ ਲਿਆ। ਉਸ ਦੀਆਂ ਜੁੱਤੀਆਂ ਇੰਨੀਆਂ ਪ੍ਰਸਿੱਧ ਹੋ ਗਈਆਂ ਕਿ ਚਮਿਆਰ 1 ਮਹੀਨੇ ਵਿੱਚ ਹੀ ਅਮੀਰ ਹੋ ਗਿਆ। ਅੱਧਾ ਸਾਲ ਹੁੰਦੇ ਹੁੰਦੇ ਉਹਦੀ ਪ੍ਰਸਿੱਧੀ ਸਾਰੇ ਲੋਕਾਂ ਵਿੱਚ ਪੁੱਜ ਗਈ। ਉਸ ਵਰਗਾ ਜੁੱਤੀਆਂ ਬਣਾਉਣ ਵਾਲਾ ਹੋਰ ਕੋਈ ਨਹੀਂ ਸੀ, ਕਿਉਂਕਿ ਜੁੱਤੀਆਂ ਦੇਵਦੂਤ ਬਣਾਉਂਦਾ ਸੀ। ਬਾਦਸ਼ਾਹਾਂ ਦੀਆਂ ਜੁੱਤੀਆਂ ਵੀ ਉੱਥੇ ਬਣਨ ਲੱਗੀਆਂ। ਧਨ ਬਹੁਤ ਵਧਣ ਲੱਗਿਆ। ਇੱਕ ਦਿਨ ਰਾਜੇ ਦਾ ਆਦਮੀ ਆਇਆ। ਉਹਨੇ ਕਿਹਾ, ਇਹ ਚਮੜਾ ਬਹੁਤ ਕੀਮਤੀ ਹੈ, ਆਸਾਨੀ ਨਾਲ ਮਿਲਦਾ ਨਹੀਂ, ਸੋ ਕੋਈ ਭੁੱਲ ਚੁੱਕ ਨਾ ਕਰਨਾ। ਜੁੱਤੀਆਂ ਠੀਕ ਇਸ ਤਰ੍ਹਾਂ ਬਣਨੀਆਂ ਚਾਹੀਦੀਆਂ ਨੇ, ਧਿਆਨ ਰੱਖਣਾ, ਸਲੀਪਰ ਨਹੀਂ। ਕਿਉਂਕਿ ਰੂਸ ਵਿੱਚ ਜਦੋਂ ਕੋਈ ਮਨੁੱਖ ਮਰ ਜਾਂਦਾ ਸੀ ਤਦ ਉਸ ਨੂੰ ਸਲੀਪਰ ਪਵਾ ਕੇ ਸ਼ਮਸ਼ਾਨ ਘਾਟ ਤੱਕ ਲਿਜਾਇਆ ਜਾਂਦਾ ਸੀ। ਚਮਿਆਰ ਨੇ ਵੀ ਦੇਵਦੂਤ ਨੂੰ ਕਿਹਾ ਕਿ ਸਲੀਪਰ ਨਾ ਬਣਾ ਦੇਵੀਂ, ਜੁੱਤੀਆਂ ਬਣਾਉਣੀਆਂ ਹਨ। ਸਪਸ਼ਟ ਆ ਗਿਆ। ਚਮਿਆਰ ਇੰਨਾ ਹੀ ਜਾਣਦਾ ਸੀ ਕਿ ਜੇਕਰ ਗੜਬੜ ਹੋ ਗਈ ਤਾਂ ਅਸੀਂ ਮੁਸੀਬਤ ਵਿੱਚ ਫਸਾਂਗੇ, ਪਰ ਫਿਰ ਵੀ ਦੇਵਦੂਤ ਨੇ ਸਲੀਪਰ ਹੀ ਬਣਾਏ। ਜਦ ਚਮਿਆਰ ਨੇ ਵੇਖੇ ਕਿ ਸਲੀਪਰ ਬਣੇ ਹਨ ਤਾਂ ਬਹੁਤ ਗੁੱਸੇ ਹੋਇਆ। ਉਹ ਸੋਟਾ ਚੁੱਕ ਕੇ ਉਹਨੂੰ ਮਾਰਨ ਲਈ ਤਿਆਰ ਹੋ ਗਿਆ ਕਿ ਤੂੰ ਸਾਨੂੰ ਫਾਂਸੀ ਲਗਾ ਦੇਵੇਂਗਾ। ਤੈਨੂੰ ਵਾਰ-ਵਾਰ ਕਿਹਾ ਸੀ ਕਿ ਸਲੀਪਰ ਨਹੀਂ ਬਣਾਉਣੇ, ਪਰ ਫਿਰ ਸਲੀਪਰ ਕਿਸ ਵਾਸਤੇ ਬਣਾਏ ਨੇ? ਦੇਵਦੂਤ ਦੂਜੀ ਵਾਰ ਖਿੜਖੜਾ ਕੇ ਹੱਸਿਆ। ਤਦ ਹੀ ਰਾਜੇ ਨੇ ਇੱਕ ਬੰਦਾ ਭੇਜਿਆ ਜੋ ਭੱਜਦਾ ਭੱਜਦਾ ਹੋਇਆ ਆਇਆ। ਉਹਨੇ ਕਿਹਾ, ਜੁੱਤੀਆਂ ਨਾ ਬਣਾਉਣਾ, ਸਲੀਪਰ ਹੀ ਬਣਾਉਣਾ, ਕਿਉਂਕਿ ਰਾਜੇ ਦੀ ਮੌਤ ਹੋ ਗਈ। ਭਵਿੱਖ ਅਣਜਾਣਿਆ ਹੈ, ਸਿਵਾਏ ਉਸ ਦੇ ਹੋਰ ਕਿਸੇ ਨੂੰ ਜਾਣਕਾਰੀ ਨਹੀਂ। ਆਦਮੀ ਅਤੀਤ ਦੇ ਆਧਾਰ ਉੱਤੇ ਫੈਸਲੇ ਕਰਦਾ ਹੈ। ਰਾਜਾ ਜਿਉਂਦਾ ਸੀ ਤਾਂ ਜੁੱਤੀਆਂ ਚਾਹੀਦੀਆਂ ਸੀ, ਮਰ ਗਿਆ ਤਾਂ ਸਲੀਪਰ ਚਾਹੀਦੇ ਨੇ। ਤਦ ਉਹ ਚਮਿਆਰ ਉਸ ਦੇ ਪੈਰ ਫੜ ਕੇ ਮਾਫ਼ੀ ਮੰਗਣ ਲੱਗਿਆ, ਮਾਫ਼ ਕਰ ਦਿਓ ਮੈਨੂੰ, ਮੈਂ ਤੈਨੂੰ ਮਾਰਿਆ। ਪਰ ਉਸ ਨੇ ਕਿਹਾ, ਕੋਈ ਹਰਜ ਨਹੀਂ, ਮੈਂ ਆਪਣਾ ਦੰਡ ਭੋਗ ਰਿਹਾ ਹਾਂ। ਉਹ ਫਿਰ ਹੱਸਿਆ ਦੂਜੀ ਵਾਰ। ਚਮਿਆਰ ਨੇ ਪੁੱਛਿਆ, ਹੱਸਣ ਦਾ ਕਾਰਨ? ਉਹਨੇ ਕਿਹਾ, ਜਦ ਮੈਂ 3 ਵਾਰ ਹੱਸ ਲਵਾਂਗਾ ਤਦ ਦੱਸਾਂਗਾ। ਦੂਜੀ ਵਾਰ ਹੱਸਿਆ ਇਸ ਲਈ ਕਿ ਭਵਿੱਖ ਦਾ ਕਿਸੇ ਨੂੰ ਪਤਾ ਨਹੀਂ। ਇਸ ਲਈ ਅਸੀਂ ਇੱਛਾਵਾਂ ਕਰਦੇ ਹਾਂ ਜੋ ਕਿ ਵਿਅਰਥ ਹਨ। ਅਸੀਂ ਤਮੰਨਾਵਾਂ ਕਰਦੇ ਹਾਂ ਜਿਹੜੀਆਂ ਕਿ ਕਦੇ ਪੂਰੀਆਂ ਨਹੀਂ ਹੁੰਦੀਆਂ। ਅਸੀਂ ਮੰਗਦੇ ਹਾਂ ਜਿਹੜਾ ਕਦੇ ਵਾਪਰੇਗਾ ਨਹੀਂ, ਕਿਉਂਕਿ ਕੁਝ ਹੋਰ ਵੀ ਵਾਪਰਨ ਨੂੰ ਤੈਅ ਸਾਥੋਂ ਬਿਨਾਂ ਪੁੱਛੇ ਬਹੁਤ ਕੁਝ ਹੋਣ ਵਾਲਾ ਹੈ। ਅਸੀਂ ਬੇਕਾਰ ਵਿੱਚ ਵਿਚਕਾਰ ਰੌਲਾ ਪਾਈ ਰੱਖਦੇ ਹਾਂ। ਚਾਹੀਦੇ ਸਲੀਪਰ ਨੇ, ਮੰਗਦੇ ਅਸੀਂ ਜੁੱਤੀਆਂ। ਮਰਨ ਦਾ ਵੇਲਾ ਨੇੜੇ ਆ ਰਿਹਾ ਹੈ, ਜ਼ਿੰਦਗੀ ਦਾ ਅਸੀਂ ਇੰਤਜ਼ਾਮ ਕਰ ਰਹੇ ਹਾਂ। ਤਾਂ ਦੇਵਦੂਤ ਨੂੰ ਲੱਗਿਆ ਕਿ ਉਹ ਬੱਚੀਆਂ, ਮੈਨੂੰ ਕੀ ਪਤਾ ਭਵਿੱਖ ਵਿੱਚ ਉਹਨਾਂ ਦਾ ਕੀ ਹੋਣ ਵਾਲਾ, ਮੈਂ ਬੇਕਾਰ ਵਿਚਕਾਰ ਆਇਆ। ਤੀਜੀ ਘਟਨਾ ਘਟੀ। ਇੱਕ ਦਿਨ 3 ਜਵਾਨ ਕੁੜੀਆਂ ਆਈਆਂ। ਉਹਨਾਂ ਤਿੰਨਾਂ ਦਾ ਵਿਆਹ ਹੋ ਰਿਹਾ ਸੀ। ਉਹਨਾਂ ਤਿੰਨਾਂ ਨੇ ਜੁੱਤੀਆਂ ਦੇ ਆਰਡਰ ਦਿੱਤੇ, ਉਹਨਾਂ ਲਈ ਜੁੱਤੀਆਂ ਬਣਾਈਆਂ ਜਾਣ। ਇੱਕ ਬੁੱਢੀ ਇਸਤਰੀ ਉਹਨਾਂ ਦੇ ਨਾਲ ਆਈ ਜੋ ਕਿ ਬਹੁਤ ਧਨਵਾਨ ਸੀ। ਦੇਵਦੂਤ ਨੇ ਪੁੱਛ ਲਿਆ ਕਿ ਇਹ ਉਸ ਦੀਆਂ 3 ਕੁੜੀਆਂ ਹਨ ਜਿਸ ਨੂੰ
ਉਹ ਮਰੀ ਹੋਈ ਮਾਂ ਦੇ ਕੋਲ ਛੱਡ ਕੇ ਗਿਆ ਸੀ, ਜਿਨ੍ਹਾਂ ਦੀ ਵਜ੍ਹਾ ਕਰਕੇ ਸਜ਼ਾ ਭੋਗ ਰਿਹਾ ਸੀ। ਉਹ ਤੰਦਰੁਸਤ ਸਨ, ਸੋਹਣੀਆਂ ਸਨ। ਉਹਨੇ ਪੁੱਛਿਆ ਕੀ ਹੋਇਆ, ਇਹ ਬੁੱਢੀ ਇਸਤਰੀ ਕੌਣ ਹੈ? ਉਸ ਬੁੱਢੀ ਇਸਤਰੀ ਨੇ ਕਿਹਾ, ਇਹ ਮੇਰੀ ਗੁਆਂਢਣ ਦੀਆਂ ਕੁੜੀਆਂ ਹਨ। ਗਰੀਬ ਇਸਤਰੀ ਸੀ, ਉਹਦੀ ਦੇਹ ਵਿੱਚ ਦੁੱਧ ਵੀ ਨਹੀਂ ਸੀ, ਉਸ ਕੋਲ ਕੱਪੜੇ ਪੈਸੇ ਕੁਝ ਵੀ ਨਹੀਂ ਸੀ, ਪਰ ਬੱਚੀਆਂ 3 ਜੁੜਵਾ ਸਨ। ਉਹ ਇਹਨਾਂ ਨੂੰ ਦੁੱਧ ਪਿਲਾਉਂਦੀ ਪਿਲਾਉਂਦੀ ਮਰ ਗਈ, ਪਰ ਮੈਨੂੰ ਦਇਆ ਆ ਗਈ। ਮੇਰੇ ਕੋਲ ਕੋਈ ਬੱਚਾ ਨਹੀਂ ਸੀ, ਮੈਂ ਇਹਨਾਂ 3 ਬੱਚੀਆਂ ਨੂੰ ਪਾਲ ਲਿਆ। ਜੇਕਰ ਮਾਂ ਜਿਉਂਦੀ ਰਹਿੰਦੀ ਤਾਂ ਇਹ 3 ਬੱਚੀਆਂ ਗਰੀਬ, ਭੁੱਖ, ਦੀਨਤਾ, ਦਰਿਦਰਤਾ ਵਿੱਚ ਵੱਡੀਆਂ ਹੁੰਦੀਆਂ। ਮਾਂ ਮਰ ਗਈ, ਇਸ ਲਈ ਇਹ ਤਿੰਨੋਂ ਬੱਚੀਆਂ ਵੱਡੇ ਧਨ ਸੰਪਰਦਾਇ ਵਿੱਚ ਪਲੀਆਂ ਨੇ। ਹੁਣ ਉਸ ਬੁੱਢੀ ਦੀ ਸਾਰੀ ਪੂੰਜੀ ਉਹਨਾਂ ਦੀ ਹੈ, ਉਹਦੀ ਮਾਲਕ ਨਹੀਂ ਗੀਆਂ। ਉਹਨਾਂ ਦਾ ਬਾਦਸ਼ਾਹ ਪਰਿਵਾਰ ਵਿੱਚ ਵਿਆਹ ਹੋ ਰਿਹਾ। ਦੇਵਦੂਤ ਫਿਰ ਤੀਜੀ ਵਾਰ ਹੱਸਿਆ। ਫਿਰ ਚਮਿਆਰ ਨੂੰ ਉਸ ਨੇ ਕਿਹਾ ਕਿ 3 ਕਾਰਨ ਹਨ। ਮੇਰੀ ਭੁੱਲ ਸੀ, ਹੋਣੀ ਵੱਡੀ ਹੈ, ਅਸੀਂ ਓਨਾ ਹੀ ਵੇਖ ਪਾਉਂਦੇ ਹਾਂ ਜਿੰਨਾ ਵੇਖ ਸਕਦੇ ਹਾਂ। ਜੋ ਨਹੀਂ ਵੇਖ ਸਕਦੇ ਅਸੀਂ ਉਸ ਦਾ ਵਿਸਤਾਰ ਨਹੀਂ ਕਰ ਸਕਦੇ। ਅਸੀਂ ਜੋ ਵੇਖਦੇ ਹਾਂ ਉਸ ਤੋਂ ਅਸੀਂ ਕੋਈ ਅੰਦਾਜ਼ਾ ਨਹੀਂ ਲਗਾ ਸਕਦੇ। ਜੋ ਹੋਣ ਵਾਲਾ ਹੈ, ਜੋ ਹੋਏਗਾ, ਅਸੀਂ ਕੁਝ ਨਹੀਂ ਕਹਿ ਸਕਦੇ। ਮੈਂ ਆਪਣੀ ਮੂਰਖਤਾ 'ਤੇ 3 ਵਾਰ ਹੱਸ ਲਿਆ, ਹੁਣ ਮੇਰਾ ਦੰਡ ਪੂਰਾ ਹੋ ਗਿਆ, ਹੁਣ ਮੈਂ ਜਾਂਦਾ। ਸੋ ਅੱਜ ਇੰਨਾ ਹੀ। ਕੁਛ ਵਿੱਚ ਗਲਤੀਆਂ ਹੋ ਗਈਆਂ ਨੇ, ਇਸ ਲਈ ਮਾफ़ੀ ਜੀ। ਤੁਸੀਂ ਇਹਨਾਂ ਪ੍ਰਵਚਨਾਂ ਨੂੰ ਬੜੇ ਧਿਆਨਪੂਰਵਕ ਸੁਣਿਆ। ਸੋ ਧੰਨਵਾਦ ਜੀ। ਕੱਲ੍ਹ ਤੱਕ ਬਾਏ ਬਾਏ।